ਬਹੁਤ ਹੀ ਪਿਆਰੇ ਵਿਦਿਆਰਥੀਓ, ਇਸ ਵੀਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਇਹ ਵੀਡੀਓ ਜਮਾਤ 8ਵੀਂ ਦੇ ਵਿਸ਼ਾ ਵਿਗਿਆਨ ਨਾਲ ਸੰਬੰਧਿਤ ਹੈ। ਸੋ ਇਸ ਵਿੱਚ ਪਾਠ ਪਹਿਲੇ ਭਾਵ ਕਿ ਫਸਲ ਉਤਪਾਦਨ ਅਤੇ ਪ੍ਰਬੰਧਨ ਨਾਲ ਸੰਬੰਧਿਤ ਵਸਤੂਨਿਸ਼ਟ ਪ੍ਰਸ਼ਨ ਉੱਤਰ ਕੀਤੇ ਜਾਣਗੇ। ਸੋ ਇਸ ਵਿੱਚ 20 ਪ੍ਰਸ਼ਨ ਹਨ। ਸੋ ਪਹਿਲਾਂ ਉਹਨਾਂ ਦੀਆਂ ਆਪਸ਼ਨਸ ਦਿੱਤੀਆਂ ਗਈਆਂ ਹਨ ਅਤੇ ਵੀਡੀਓ ਦੇ ਅਗਲੇ ਭਾਗ ਵਿੱਚ ਆਪਸ਼ਨ ਵਿੱਚੋਂ ਉੱਤਰ ਦੀ ਚੋਣ ਕਰਕੇ ਦੱਸੀ ਗਈ ਹੈ। ਸੋ ਆਓ ਕਰੀਏ ਵਸਤੂਨਿਸ਼ਟ ਪ੍ਰਸ਼ਨ ਉੱਤਰ। ਵਿਸ਼ਾ ਵਿਗਿਆਨ ਪਾਠ ਪਹਿਲਾ। ਇੰਨੀ ਵੱਡੀ ਜਨਸੰਖਿਆ ਨੂੰ ਭੋਜਨ ਉਪਲਬਧ ਕਰਵਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਲਗਾਤਾਰ ਉਤਪਾਦਨ ਕਰਨ ਦੀ ਲੋੜ ਹੈ, ਉਚਿਤ ਪ੍ਰਬੰਧਨ ਦੀ ਲੋੜ ਹੈ, ਸਹੀ ਵੰਡ ਪ੍ਰਣਾਲੀ ਦੀ ਲੋੜ ਹੈ ਜਾਂ ਉਪਰੋਕਤ ਸਾਰੇ। ਸੋ ਇਹ ਸੀ ਪਹਿਲਾ ਪ੍ਰਸ਼ਨ। ਸੋ ਅਸੀਂ ਇਹਨਾਂ ਦੇ ਉੱਤਰ ਆਪਣੀ ਕਾਪੀਆਂ 'ਤੇ ਵੀ ਲਿਖ ਸਕਦੇ ਹਾਂ ਅਤੇ ਵੀਡੀਓ ਦੇ ਅਗਲੇ ਭਾਗ ਵਿੱਚ ਦਿੱਤੇ ਉੱਤਰਾਂ ਨਾਲ ਆਪਣੇ ਉੱਤਰ ਮਿਲਾ ਸਕਦੇ ਹਾਂ। ਸੋ ਦੂਸਰੇ ਪ੍ਰਸ਼ਨ 'ਤੇ ਚੱਲਦੇ ਹਾਂ ਹੁਣ। ਰੱਬੀ ਦੀਆਂ ਫਸਲਾਂ ਕਿਹੜੀ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ? ਗਰਮੀ ਦੀ ਰੁੱਤ ਵਿੱਚ, ਸਰਦੀ ਦੀ ਰੁੱਤ ਵਿੱਚ, ਵਰਖਾ ਦੀ ਰੁੱਤ ਵਿੱਚ ਜਾਂ ਪਤਝੜ ਦੀ ਰੁੱਤ ਵਿੱਚ। ਅਗਲਾ ਪ੍ਰਸ਼ਨ। ਝੋਨੇ ਭਾਵ ਧਾਨ ਦੀ ਫਸਲ ਨੂੰ ਫਸਲਾਂ ਦੇ ਕਿਸ ਵਰਗ ਵਿੱਚ ਰੱਖੋਗੇ? ਰੱਬੀ ਦੀ ਫਸਲ, ਖਰੀਫ ਦੀ ਫਸਲ, ਸੋਕੇ ਦੀ ਫਸਲ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਪ੍ਰਸ਼ਨ ਚੌਥਾ। ਹੇਠ ਲਿਖਿਆਂ ਵਿੱਚੋਂ ਕਿਹੜੇ ਖੇਤੀ ਪੱਧਤੀ ਨਹੀਂ ਹੈ? ਹੇਠ ਲਿਖਿਆਂ ਵਿੱਚੋਂ ਕਿਹੜੀ ਖੇਤੀ ਪੱਧਤੀ ਨਹੀਂ ਹੈ? ਬੀਜ ਬੀਜਣਾ, ਸਿੰਚਾਈ, ਭੰਡਾਰਨ ਜਾਂ ਢੋ ਢੁਆਈ। ਪ੍ਰਸ਼ਨ ਪੰਜਵਾਂ। ਆਸ਼ਾ ਦੇ ਚਾਚਾ ਜੀ ਅੱਜ ਖੇਤ ਵਿੱਚ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਨੂੰ ਪੱਧਰਾ ਕਰ ਰਹੇ ਹਨ। ਇਸ ਕੰਮ ਲਈ ਉਹ ਇੱਕ ਖਾਸ ਔਜ਼ਾਰ ਦੀ ਵਰਤੋਂ ਕਰ ਰਹੇ ਹਨ। ਇਸ ਔਜ਼ਾਰ ਨੂੰ ਕੀ ਕਿਹਾ ਜਾਂਦਾ ਹੈ? ਸੁਹਾਗਾ, ਕੁਦਾਲੀ, ਹਲ, ਬੀਜ ਡਰਿਲ। ਪ੍ਰਸ਼ਨ ਛੇਵਾਂ। ਕੱਟੀ ਹੋਈ ਫਸਲ ਵਿੱਚੋਂ ਦਾਣਿਆਂ ਨੂੰ ਵੱਖ ਕਰਨ ਦੀ ਵਿਧੀ ਨੂੰ ਕੀ ਕਿਹਾ ਜਾਂਦਾ ਹੈ? ਕੱਟੀ ਹੋਈ ਫਸਲ ਵਿੱਚੋਂ ਦਾਣਿਆਂ ਨੂੰ ਵੱਖ ਕਰਨ ਦੀ ਵਿਧੀ ਨੂੰ ਕੀ ਕਿਹਾ ਜਾਂਦਾ ਹੈ? ਗਹਾਈ, ਸਿੰਚਾਈ, ਵਾਢੀ ਜਾਂ ਬਿਜਾਈ। ਹੁਣ ਪ੍ਰਸ਼ਨ ਸੱਤਵਾਂ। ਹਰਮਨ ਨੇ ਖੇਤ ਵਿੱਚ ਹਲ ਵਾਹੁਣ ਸਮੇਂ ਦੇਖਿਆ ਕਿ ਮਿੱਟੀ ਬਹੁਤ ਖੁਸ਼ਕ ਸੀ। ਤੁਹਾਡੇ ਅਨੁਸਾਰ ਪਹਿਲਾਂ ਉਸ ਨੂੰ ਕੀ ਕਰਨ ਦੀ ਲੋੜ ਸੀ? ਦੇਸੀ ਖਾਦ ਪਾਉਣ ਦੀ, ਤਾਕਤਵਰ ਹਲ ਦੀ, ਪਾਣੀ ਲਗਾਉਣ ਦੀ ਜਾਂ ਨਦੀਨ ਹਟਾਉਣ ਦੀ। ਸੋ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਸਲੀਮ ਦੀ ਮਾਤਾ ਜੀ ਨੇ ਕੁਝ ਬੀਜ ਇੱਕ ਬਰਤਨ ਵਿੱਚ ਪਾ ਕੇ ਉੱਪਰੋਂ ਪਾਣੀ ਪਾ ਦਿੱਤਾ। ਕੁਝ ਦੇਰ ਬਾਅਦ ਸਾਰੇ ਬੀਜ ਪਾਣੀ ਉੱਪਰ ਤੈਰਨ ਲੱਗ ਪਏ। ਇਸ ਦਾ ਕੀ ਕਾਰਨ ਹੋ ਸਕਦਾ ਹੈ? ਬੀਜ ਖਰਾਬ ਹਨ, ਬੀਜ ਸਿਹਤਮੰਦ ਹਨ, ਕੁਝ ਕਹਿ ਨਹੀਂ ਸਕਦੇ। ਪ੍ਰਸ਼ਨ ਨੌਵਾਂ। ਮਿੱਟੀ ਨੂੰ ਉਲਟਾਉਣ, ਪੁਲਟਾਉਣ ਅਤੇ ਪੋਲਾ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ? ਸਿੰਚਾਈ, ਗਹਾਈ, ਹਲ ਵਾਹੁਣਾ ਜਾਂ ਗੋਡੀ ਕਰਨਾ। ਹੁਣ ਅਗਲਾ ਪ੍ਰਸ਼ਨ। ਅਜਿਹਾ ਯੰਤਰ ਜੋ ਨਦੀਨ ਹਟਾਉਣ ਅਤੇ ਮਿੱਟੀ ਨੂੰ ਪੋਲਾ ਕਰਨ ਲਈ ਵਰਤਿਆ ਜਾਂਦਾ ਹੈ ਨੂੰ ਕੀ ਕਹਿੰਦੇ ਹਨ? ਕਹਾ, ਸੁਹਾਗਾ, ਬੀਜ ਡਰਿਲ, ਕਰੰਡੀ। ਅਗਲਾ ਪ੍ਰਸ਼ਨ। ਕੁਲਵਿੰਦਰ ਕੌਰ ਨੇ ਆਪਣੀ ਮਾਤਾ ਜੀ ਨੂੰ ਕਣਕ ਨਾਲ ਭਰੇ ਧਾਤ ਦੇ ਬਰਤਨ ਵਿੱਚ ਨਿੰਮ ਦੇ ਸੁੱਕੇ ਪੱਤੇ ਪਾਉਂਦੇ ਦੇਖਿਆ। ਕੁਲਵਿੰਦਰ ਕੌਰ ਦੀ ਮਾਤਾ ਜੀ ਨੇ ਅਜਿਹਾ ਕਿਉਂ ਕੀਤਾ? ਕਣਕ ਦਾ ਰੰਗ ਖਰਾਬ ਨਾ ਹੋਵੇ, ਕਣਕ ਦਾ ਸਵਾਦ ਵੱਧ ਜਾਵੇ, ਕਣਕ ਸੂਖਮ ਜੀਵਾਂ ਤੋਂ ਸੁਰੱਖਿਅਤ ਰਹੇ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਅਗਲਾ ਪ੍ਰਸ਼ਨ। ਖੇਤੀਬਾੜੀ ਮਾਹਰ ਨੇ ਸਾਡੇ ਪਿੰਡ ਦੇ ਕਿਸਾਨ ਨੂੰ ਆਪਣੇ ਖੇਤ ਵਿੱਚ ਫਲੀਦਾਰ ਫਸਲ ਉਗਾਉਣ ਦੀ ਸਲਾਹ ਦਿੱਤੀ ਤਾਂ ਜੋ ਮਿੱਟੀ ਵਿੱਚ ਕਿਸੇ ਖਾਸ ਤੱਤ ਦੀ ਪੂਰਤੀ ਹੋ ਸਕੇ। ਇਹ ਖਾਸ ਤੱਤ ਕਿਹੜਾ ਹੋ ਸਕਦਾ ਹੈ? ਸਲਫਰ, ਆਕਸੀਜਨ, ਨਾਈਟ੍ਰੋਜਨ ਜਾਂ ਫਾਸਫੋਰਸ। ਅਗਲਾ ਪ੍ਰਸ਼ਨ। ਰਾਹੁਲ ਦੇ ਰਿਸ਼ਤੇਦਾਰ ਰਾਜਸਥਾਨ ਵਿੱਚ ਰਹਿੰਦੇ ਹਨ ਜਿੱਥੇ ਵਰਖਾ ਘੱਟ ਹੁੰਦੀ ਹੈ। ਰਾਹੁਲ ਦੇ ਰਿਸ਼ਤੇਦਾਰ ਨੂੰ ਸਿੰਚਾਈ ਦਾ ਕਿਹੜਾ ਆਧੁਨਿਕ ਢੰਗ ਵਰਤਣਾ ਚਾਹੀਦਾ ਹੈ? ਫੁਆਰਾ ਪ੍ਰਣਾਲੀ, ਤੁਪਕਾ ਪ੍ਰਣਾਲੀ, ਉਪਰੋਕਤ ਦੋਨੋਂ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਹੁਣ ਪ੍ਰਸ਼ਨ 14ਵਾਂ। ਗੁਰਮੀਤ ਨੇ ਆਪਣੇ ਪਿਤਾ ਜੀ ਨੂੰ ਖੇਤ ਵਿੱਚੋਂ ਬੇਲੋੜੇ ਅਤੇ ਅਣਬੀਜੇ ਪੌਦਿਆਂ ਨੂੰ ਬਾਹਰ ਕੱਢਦੇ ਹੋਏ ਦੇਖਿਆ। ਇਸ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ? ਫਲੀਦਾਰ ਪੌਦੇ, ਨਦੀਨ, ਝਾੜੀਆਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਅਗਲਾ ਪ੍ਰਸ਼ਨ।
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਰਸਾਇਣਿਕ ਖਾਦਾਂ ਲਈ ਸਹੀ ਨਹੀਂ ਹੈ? ਰਸਾਇਣਿਕ ਖਾਦਾਂ ਕਾਰਬਨਿਕ ਪਦਾਰਥਾਂ ਦੀਆਂ ਬਣੀਆਂ ਹੁੰਦੀਆਂ ਹਨ। ਰਸਾਇਣਿਕ ਖਾਦਾਂ ਫੈਕਟਰੀਆਂ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ। ਰਸਾਇਣਿਕ ਖਾਦਾਂ ਮੱਲੜ ਪ੍ਰਦਾਨ ਨਹੀਂ ਕਰਦੀਆਂ ਹਨ। ਰਸਾਇਣਿਕ ਖਾਦਾਂ ਮੁੱਖ ਤੌਰ 'ਤੇ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਦੀਆਂ ਬਣੀਆਂ ਹੁੰਦੀਆਂ ਹਨ। ਅਗਲਾ ਪ੍ਰਸ਼ਨ 2,4 ਇੱਕ ਡੈਸ਼ ਦੀ ਕਿਸਮ ਹੈ? ਨਦੀਨ ਨਾਸ਼ਕ ਦੀ ਕਿਸਮ, ਦੇਸੀ ਖਾਦ, ਕੀਟਨਾਸ਼ਕ ਜਾਂ ਰਸਾਇਣਿਕ ਖਾਦ। ਅਗਲਾ ਪ੍ਰਸ਼ਨ ਸਿੰਚਾਈ ਦੀ ਕੀ ਮਹੱਤਤਾ ਹੈ? ਬੀਜ ਦਾ ਪੁੰਗਰਨਾ ਸੰਭਵ ਕਰਨਾ ਹੈ, ਪਾਣੀ ਵਿੱਚ ਘੁਲੇ ਪੋਸ਼ਕ ਤੱਤਾਂ ਨੂੰ ਪੌਦੇ ਦੇ ਹਰੇਕ ਅੰਗ ਤੱਕ ਪਹੁੰਚਾਉਣਾ, ਫਸਲ ਨੂੰ ਠੰਡੀਆਂ ਅਤੇ ਗਰਮ ਹਵਾਵਾਂ ਸਮੇਂ ਬਚਾ ਕੇ ਰੱਖਣਾ ਜਾਂ ਉਪਰੋਕਤ ਸਾਰੇ ਹੀ। ਹੁਣ ਅਗਲਾ ਪ੍ਰਸ਼ਨ ਮਿੱਟੀ ਦੀ ਉਪਜਾਊ ਸ਼ਕਤੀ ਕੁਦਰਤੀ ਤੌਰ 'ਤੇ ਬਣਾਈ ਰੱਖਣ ਲਈ ਕਿਹੜਾ ਤਰੀਕਾ ਜ਼ਿਆਦਾ ਕਾਰਗਰ ਹੋ ਸਕਦਾ ਹੈ? ਰਸਾਇਣਿਕ ਖਾਦਾਂ ਦਾ ਉਪਯੋਗ, ਫਸਲੀ ਚੱਕਰ ਦਾ ਉਪਯੋਗ, ਤੁਪਕਾ ਪ੍ਰਣਾਲੀ ਰਾਹੀਂ ਸਿੰਚਾਈ ਜਾਂ ਉਪਰੋਕਤ ਕੋਈ ਨਹੀਂ। ਹੁਣ ਅਗਲਾ ਪ੍ਰਸ਼ਨ ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਨਾਲ ਕੀ ਹੁੰਦਾ ਹੈ? ਫਸਲ ਦੀ ਜ਼ਿਆਦਾ ਪੈਦਾਵਾਰ, ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਘਾਟਾ, ਪਾਣੀ ਦਾ ਪ੍ਰਦੂਸ਼ਣ ਜਾਂ ਦੂਜਾ ਅਤੇ ਤੀਜਾ ਦੋਵੇਂ। ਹੁਣ 20ਵੇਂ ਪ੍ਰਸ਼ਨ 'ਤੇ ਚੱਲਦੇ ਹਾਂ। ਸੋ ਇਸ ਪਾਠ ਦਾ ਇਹ ਅੰਤਲਾ ਪ੍ਰਸ਼ਨ ਹੈ। ਹੇਠ ਲਿਖੇ ਪਦਾਰਥਾਂ ਵਿੱਚੋਂ ਕਿਸ ਵਿੱਚ ਵਿਸ਼ੇਸ਼ ਪੋਸ਼ਕ ਤੱਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ? ਹੇਠ ਲਿਖੇ ਪਦਾਰਥਾਂ ਵਿੱਚੋਂ ਕਿਸ ਵਿੱਚ ਵਿਸ਼ੇਸ਼ ਪੋਸ਼ਕ ਤੱਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ? ਦੇਸੀ ਖਾਦ, ਵਰਮੀ ਕੰਪੋਸਟ, ਰਸਾਇਣਿਕ ਖਾਦ ਜਾਂ ਉਪਰੋਕਤ ਸਾਰੇ। ਆਓ ਹੁਣ ਇਹਨਾਂ ਪ੍ਰਸ਼ਨਾਂ ਦੇ ਉੱਤਰਾਂ ਵੱਲ ਧਿਆਨ ਦੇਈਏ। ਇੰਨੀ ਵੱਡੀ ਜਨਸੰਖਿਆ ਨੂੰ ਭੋਜਨ ਉਪਲਬਧ ਕਰਾਉਣ ਲਈ ਸਾਨੂੰ ਉਪਰੋਕਤ ਸਾਰੇ ਭਾਵ ਲਗਾਤਾਰ ਉਤਪਾਦਨ, ਉਚਿਤ ਪ੍ਰਬੰਧਨ ਅਤੇ ਸਹੀ ਵੰਡ ਪ੍ਰਣਾਲੀ ਦੀ ਲੋੜ ਹੈ। ਰੱਬੀ ਦੀਆਂ ਫਸਲਾਂ ਸਰਦੀ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ। ਝੋਨੇ ਦੀ ਫਸਲ ਨੂੰ ਖਰੀਫ ਦੀ ਫਸਲ ਦੇ ਵਰਗ ਵਿੱਚ ਰੱਖਿਆ ਜਾਂਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜੀ ਖੇਤੀ ਪੱਧਤੀ ਨਹੀਂ ਹੈ? ਸੋ ਉੱਤਰ ਹੈ ਢੋਆ ਢੁਆਈ ਖੇਤੀ ਪੱਧਤੀ ਨਹੀਂ ਹੈ। ਅਗਲਾ ਪ੍ਰਸ਼ਨ ਆਸ਼ਾ ਦੇ ਚਾਚਾ ਜੀ ਅੱਜ ਖੇਤ ਵਿੱਚ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਨੂੰ ਪੱਧਰਾ ਕਰ ਰਹੇ ਹਨ। ਇਸ ਕੰਮ ਲਈ ਉਹ ਇੱਕ ਖਾਸ ਔਜ਼ਾਰ ਦੀ ਵਰਤੋਂ ਕਰਦੇ ਹਨ। ਇਸ ਔਜ਼ਾਰ ਨੂੰ ਸੁਹਾਗਾ ਕਿਹਾ ਜਾਂਦਾ ਹੈ। ਕੱਟੀ ਹੋਈ ਫਸਲ ਵਿੱਚੋਂ ਦਾਣਿਆਂ ਨੂੰ ਵੱਖ ਕਰਨ ਦੀ ਵਿਧੀ ਨੂੰ ਗਹਾਈ ਕਹਿੰਦੇ ਹਨ। ਅਗਲਾ ਪ੍ਰਸ਼ਨ ਹਰਮਨ ਨੇ ਖੇਤ ਵਿੱਚ ਹਲ ਵਾਹੁਣ ਸਮੇਂ ਦੇਖਿਆ ਕਿ ਮਿੱਟੀ ਬਹੁਤ ਖੁਸ਼ਕ ਸੀ। ਤੁਹਾਡੇ ਅਨੁਸਾਰ ਪਹਿਲਾਂ ਉਸ ਨੂੰ ਕੀ ਕਰਨ ਦੀ ਲੋੜ ਹੈ? ਸੋ ਉਸ ਨੂੰ ਪਾਣੀ ਲਗਾਉਣ ਦੀ ਲੋੜ ਹੈ। ਅਗਲਾ ਪ੍ਰਸ਼ਨ ਹੈ ਸਲੀਮ ਦੀ ਮਾਤਾ ਜੀ ਨੇ ਕੁਝ ਬੀਜ ਇੱਕ ਬਰਤਨ ਵਿੱਚ ਪਾ ਕੇ ਉੱਪਰੋਂ ਪਾਣੀ ਪਾ ਦਿੱਤਾ। ਕੁਝ ਦੇਰ ਬਾਅਦ ਸਾਰੇ ਬੀਜ ਪਾਣੀ ਉੱਪਰ ਤੈਰਨ ਲੱਗ ਪਏ। ਇਸ ਦਾ ਕੀ ਕਾਰਨ ਹੋ ਸਕਦਾ ਹੈ? ਬੀਜ ਖਰਾਬ ਹਨ। ਅਗਲਾ ਪ੍ਰਸ਼ਨ ਮਿੱਟੀ ਨੂੰ ਉਲਟਾਉਣ, ਪੁਲਟਾਉਣ ਅਤੇ ਪੋਲਾ ਕਰਨ ਦੀ ਪ੍ਰਕਿਰਿਆ ਨੂੰ ਹਲ ਵਾਹੁਣਾ ਕਹਿੰਦੇ ਹਨ। ਅਗਲਾ ਪ੍ਰਸ਼ਨ ਹੈ ਅਜਿਹਾ ਯੰਤਰ ਜੋ ਨਦੀਨ ਹਟਾਉਣ ਅਤੇ ਮਿੱਟੀ ਨੂੰ ਪੋਲਾ ਕਰਨ ਲਈ ਵਰਤਿਆ ਜਾਂਦਾ ਹੈ ਨੂੰ ਬੀਜ ਡਰਿੱਲ ਕਹਿੰਦੇ ਹਨ। ਪ੍ਰਸ਼ਨ 11ਵਾਂ ਕੁਲਵਿੰਦਰ ਕੌਰ ਨੇ ਆਪਣੀ ਮਾਤਾ ਜੀ ਨੂੰ ਕਣਕ ਨਾਲ ਭਰੇ ਧਾਤ ਦੇ ਬਰਤਨ ਵਿੱਚ ਨਿੰਮ ਦੇ ਸੁੱਕੇ ਪੱਤੇ ਪਾਉਂਦੇ ਦੇਖਿਆ। ਕੁਲਵਿੰਦਰ ਕੌਰ ਦੀ ਮਾਤਾ ਜੀ ਨੇ ਅਜਿਹਾ ਕਿਉਂ ਕੀਤਾ? ਉੱਤਰ ਹੈ ਕਣਕ ਸੂਖਮ ਜੀਵਾਂ ਤੋਂ ਸੁਰੱਖਿਅਤ ਰਹੇ, ਇਸ ਕਰਕੇ। ਅਗਲਾ ਪ੍ਰਸ਼ਨ ਹੈ ਖੇਤੀਬਾੜੀ ਮਾਹਿਰ ਨੇ ਸਾਡੇ ਪਿੰਡ ਦੇ ਕਿਸਾਨ ਨੂੰ ਆਪਣੇ ਖੇਤ ਵਿੱਚ ਫਲੀਦਾਰ ਫਸਲ ਉਗਾਉਣ ਦੀ ਸਲਾਹ ਦਿੱਤੀ ਤਾਂ ਜੋ ਮਿੱਟੀ ਵਿੱਚ ਕਿਸੇ ਖਾਸ ਤੱਤ ਦੀ ਪੂਰਤੀ ਹੋ ਸਕੇ। ਇਹ ਖਾਸ ਤੱਤ ਨਾਈਟ੍ਰੋਜਨ ਹੈ। ਅਗਲਾ ਪ੍ਰਸ਼ਨ ਹੈ ਰਾਹੁਲ ਦੇ ਰਿਸ਼ਤੇਦਾਰ ਰਾਜਸਥਾਨ ਵਿੱਚ ਰਹਿੰਦੇ ਹਨ ਜਿੱਥੇ ਵਰਖਾ ਘੱਟ ਹੁੰਦੀ ਹੈ। ਰਾਹੁਲ ਦੇ ਰਿਸ਼ਤੇਦਾਰ ਨੂੰ ਸਿੰਚਾਈ ਦਾ ਕਿਹੜਾ ਆਧੁਨਿਕ ਢੰਗ ਵਰਤਣਾ ਚਾਹੀਦਾ ਹੈ? ਸੋ ਉੱਤਰ ਹੈ ਫੁਹਾਰਾ ਪ੍ਰਣਾਲੀ ਅਤੇ ਤੁਪਕਾ ਪ੍ਰਣਾਲੀ, ਭਾਵ ਕਿ ਇਹ ਦੋਨੋਂ ਢੰਗ ਵਰਤਣੇ ਚਾਹੀਦੇ ਹਨ। ਅਗਲਾ ਪ੍ਰਸ਼ਨ ਹੈ ਗੁਰਮੀਤ ਨੇ ਆਪਣੇ ਪਿਤਾ ਜੀ ਨੂੰ ਖੇਤ ਵਿੱਚੋਂ ਬੇਲੋੜੇ ਅਤੇ ਅਣਬੀਜੇ ਪੌਦਿਆਂ ਨੂੰ ਬਾਹਰ ਕੱਢਦੇ ਹੋਏ ਦੇਖਿਆ। ਇਸ ਪ੍ਰਕਿਰਿਆ ਨੂੰ ਨਦੀਨ ਹਟਾਉਣ ਦੀ ਪ੍ਰਕਿਰਿਆ ਕਹਿੰਦੇ ਹਨ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਰਸਾਇਣਿਕ ਖਾਦਾਂ ਲਈ ਸਹੀ ਨਹੀਂ ਹੈ? ਸੋ ਉੱਤਰ ਹੈ ਰਸਾਇਣਿਕ ਖਾਦਾਂ ਦਾ ਕਾਰਬਨਿਕ ਪਦਾਰਥਾਂ ਦੀਆਂ ਬਣੀਆਂ ਹੁੰਦੀਆਂ ਹਨ। ਇਹ ਕਥਨ ਠੀਕ ਨਹੀਂ ਹੈ। ਸੋ 2,4 ਇੱਕ ਡੈਸ਼ ਦੀ ਕਿਸਮ ਹੈ। ਸੋ ਇਹ ਇੱਕ ਨਦੀਨ ਨਾਸ਼ਕ ਦੀ ਕਿਸਮ ਹੈ। ਸਿੰਚਾਈ ਦੀ ਕੀ ਮਹੱਤਤਾ ਹੈ? ਸੋ ਬੀਜ ਦਾ ਪੁੰਗਰਨਾ ਸੰਭਵ ਕਰਦੀ ਹੈ। ਸਿੰਚਾਈ ਪਾਣੀ ਵਿੱਚ ਘੁਲੇ ਪੋਸ਼ਕ ਤੱਤਾਂ ਨੂੰ ਪੌਦੇ ਦੇ ਹਰੇਕ ਅੰਗ ਤੱਕ ਪਹੁੰਚਾਉਂਦੀ ਹੈ। ਫਸਲ ਨੂੰ ਠੰਡੀਆਂ ਅਤੇ ਗਰਮ ਹਵਾਵਾਂ ਸਮੇਂ ਬਚਾ ਕੇ ਰੱਖਦੀ ਹੈ।
ਸੋ ਇਹ ਉਪਰੋਕਤ ਸਾਰੇ ਹੀ ਸਿੰਚਾਈ ਦੇ ਮਹੱਤਵ ਹਨ। ਸੋ 18ਵੇਂ ਪ੍ਰਸ਼ਨ ਵੱਲ ਚੱਲਦੇ ਹਾਂ। ਮਿੱਟੀ ਦੀ ਉਪਜਾਊ ਸ਼ਕਤੀ ਕੁਦਰਤੀ ਤੌਰ 'ਤੇ ਬਣਾਈ ਰੱਖਣ ਲਈ ਕਿਹੜਾ ਤਰੀਕਾ ਜ਼ਿਆਦਾ ਕਾਰਗਰ ਹੋ ਸਕਦਾ ਹੈ? ਉੱਤਰ ਹੈ ਫਸਲੀ ਚੱਕਰ। ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਨਾਲ ਕੀ ਹੁੰਦਾ ਹੈ? ਦੂਜਾ ਅਤੇ ਤੀਜਾ ਦੋਨੇ ਠੀਕ ਹਨ, ਭਾਵ ਕਿ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਘਾਟਾ ਅਤੇ ਪਾਣੀ ਦਾ ਪ੍ਰਦੂਸ਼ਣ। ਹੁਣ ਅੱਜ ਦੇ ਆਖਰੀ ਪ੍ਰਸ਼ਨ 'ਤੇ ਚੱਲਦੇ ਹਾਂ। ਹੇਠ ਲਿਖੇ ਪਦਾਰਥਾਂ ਵਿੱਚੋਂ ਕਿਸ ਵਿੱਚ ਵਿਸ਼ੇਸ਼ ਪੋਸ਼ਕ ਤੱਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ? ਸੋ ਇਸ ਦਾ ਉੱਤਰ ਹੈ ਰਸਾਇਣਿਕ ਖਾਦ ਵਿੱਚ ਵਿਸ਼ੇਸ਼ ਪੋਸ਼ਕ ਤੱਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਪਹਿਲੇ ਪਾਠ ਨਾਲ ਸੰਬੰਧਿਤ 20 ਪ੍ਰਸ਼ਨ ਅਤੇ ਉਹਨਾਂ ਦੇ ਉੱਤਰ। ਸੋ ਇਹੋ ਜਿਹੀਆਂ ਵੀਡੀਓ ਲੈ ਕੇ ਤੁਹਾਡੇ ਨਾਲ ਫਿਰ ਮੁਲਾਕਾਤ ਹੁੰਦੀ ਰਹੇਗੀ। ਤਦ ਤੱਕ ਲਈ ਸ਼ੁਕਰੀਆ, ਧੰਨਵਾਦ, ਥੈਂਕਸ।